ਗੁਰਮੁਖੋ, ਗੁਰੂ ਦਾ ਸਾਡੀ ਜ਼ਿੰਦਗੀ ਵਿੱਚ ਬੜਾ ਉੱਚਾ ਅਸਥਾਨ ਹੈ। ਅਸਲ ਦੇ ਵਿੱਚ ਚਾਹੀਦਾ ਤੇ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਪਹਿਲ ਦੇ ਆਧਾਰ 'ਤੇ ਆਪਣੇ ਗੁਰੂ ਦੀ ਸਿੱਖਿਆ ਨੂੰ, ਆਪਣੇ ਗੁਰੂ ਦੇ ਸਿਧਾਂਤ ਮਰਿਆਦਾ ਨੂੰ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਬਹਾਲ ਕਰਨ ਦਾ ਯਤਨ ਕਰਦੇ ਰਹੀਏ, ਕਿਉਂਕਿ ਸਿੱਖ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਉਹ ਕਾਰਜ ਨਹੀਂ ਕਰਦਾ ਜਿਹੜਾ ਗੁਰੂ ਨੂੰ ਚੰਗਾ ਨਾ ਲੱਗੇ। ਪਰ ਹਾਂ, ਅਸੀਂ ਦੁਨਿਆਵੀ ਜੀਵ ਹਾਂ, ਸਾਡੇ ਕੋਲੋਂ ਅਨੇਕਾਂ ਗਲਤੀਆਂ ਹੁੰਦੀਆਂ ਨੇ। ਸਾਡੇ ਗੁਰੂ ਸਾਹਿਬ ਬੜੇ ਬਖਸ਼ਿੰਦ ਨੇ, ਪਰ ਸਿੱਖ ਦਾ ਪਹਿਲ ਦੇ ਆਧਾਰ 'ਤੇ ਫਰਜ਼ ਬਣਦਾ ਹੈ ਕਿ ਉਹ ਅਰਦਾਸ ਕਰੇ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਨ ਹਾਰੇ, ਖੇਦ ਕਰੈ ਅਰ ਬਹੁ ਸੰਤਾਵੈ, ਆਇਓ ਸ਼ਰਨ ਤੁਹਾਰੇ। ਇਹ ਸਿੱਖ ਦੀ ਅਰਦਾਸ ਹੋਣੀ ਚਾਹੀਦੀ ਹੈ ਕਿ ਐ ਸਤਿਗੁਰੂ ਜੀ ਕਿਰਪਾ ਕਰਿਓ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ 'ਤੇ ਆਪ ਛਡਾਵੋ। ਕਦੇ ਕਦੇ ਬੰਦੇ ਦੀ ਬੇਵੱਸੀ ਹੋ ਜਾਂਦੀ ਹੈ ਕਿ ਇਹਨਾਂ ਦੇ ਅੱਗੇ ਵੱਸ ਨਹੀਂ ਚੱਲਦਾ, ਪਰ ਯਾਦ ਰੱਖਿਓ ਪਿਆਰਿਓ, ਗੁਰੂ ਸਮਰੱਥ ਹੈ। ਜਦੋਂ ਸਿੱਖ ਭਿੱਜ ਕੇ ਗੁਰੂ ਦੇ ਅੱਗੇ ਅਰਦਾਸ ਕਰੇ ਨਾ, ਅਤੇ ਇਹ ਤਾਕਤਾਂ ਜਿਹੜੀਆਂ ਨੇ ਫਿਰ ਸਿੱਖ ਦੀ ਕਮਾਈ ਦੇ ਅੱਗੇ ਝੁਕਦੀਆਂ ਨੇ। ਪਰ ਸਾਨੂੰ ਪਹਿਲ ਦੇ ਆਧਾਰ 'ਤੇ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਉੱਚਾ ਅਸਥਾਨ ਸਾਨੂੰ ਗੁਰੂ ਨਾਨਕ ਸਾਹਿਬ ਦੀ ਸ਼ਬਦ ਦਾ ਰੱਖਣਾ ਪਵੇਗਾ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਿਧਾਂਤ, ਸਾਨੂੰ ਮਰਿਆਦਾ ਨੂੰ ਬਹਾਲ ਕਰਨ ਦਾ ਹਰ ਵੇਲੇ ਆਪਣੇ ਜੀਵਨ ਵਿੱਚ ਯਤਨ ਕਰਦੇ ਰਹਿਣਾ ਚਾਹੀਦਾ ਹੈ, ਤਾਂ ਜੋ ਕਿ ਅਸੀਂ ਸਾਡੇ ਗੁਰੂ ਨੂੰ ਤਾਂ ਹੋਵੇ ਨਾ ਕਿ ਮੇਰਾ ਸਿੱਖ ਜਿਹੜਾ ਹੈ, ਭਾਵੇਂ ਇਹ ਬੇਵੱਸ ਹੈ, ਇਹਦੇ ਕੋਲ ਕਈ ਪ੍ਰਕਾਰ ਦੀਆਂ ਗਲਤੀਆਂ ਹੁੰਦੀਆਂ ਨੇ, ਪਰ ਇਹਦਾ ਯਤਨ ਵੀ ਭਰਪੂਰ ਹੈ। ਇਹ ਆਪਣੇ ਯਤਨਾਂ ਤੋਂ ਖੁੰਝਦਾ ਨਹੀਂ। ਗੁਰੂ ਦਾ ਅਸਥਾਨ ਕਿੰਨਾ ਕੁ ਉੱਚਾ ਹੋਣਾ ਚਾਹੀਦਾ, ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਾਂ ਕਿ ਗੁਰੂ ਦੇ ਗਿਆਨ ਨੂੰ ਲੈਣ ਦੇ ਵਾਸਤੇ ਸਾਨੂੰ ਆਪਣੇ ਆਪ ਨੂੰ ਬੜੇ ਹੀ ਕਹਿ ਸਕਦੇ ਹਾਂ ਕਿ ਨਿਮਰਤਾ ਦੇ ਲੈਵਲ 'ਤੇ ਰੱਖਣਾ ਪੈਂਦਾ ਹੈ। ਗੁਰੂ ਨੂੰ ਉੱਚੇ ਅਸਥਾਨ 'ਤੇ ਬਿਠਾ ਕੇ ਗੁਰੂ ਦੇ ਕੋਲੋਂ ਉਪਦੇਸ਼ ਲਿਆ ਜਾਂਦਾ ਹੈ। ਜਦੋਂ ਆਪਾਂ ਦੁਨਿਆਵੀ ਗੁਰੂ ਦੀ ਵੀ ਗੱਲ ਕਰੀਏ ਨਾ, ਇੱਕ ਰਾਜਾ ਸੀ ਪਿਆਰਿਓ, ਅਤੇ ਰਾਜੇ ਨੇ ਨਾ ਆਪਣੇ ਮੰਤਰੀ ਨੂੰ ਆਖਿਆ ਕਿ ਮੈਨੂੰ ਪੜ੍ਹਨ ਲਿਖਣ ਦਾ, ਵਿੱਦਿਆ ਹਾਸਲ ਕਰਨ ਦਾ ਬੜਾ ਸ਼ੌਂਕ ਹੈ, ਅਤੇ ਮੇਰਾ ਦਿਲ ਕਰਦਾ ਕਿ ਕੋਈ ਚੰਗਾ ਯੋਗਤਾ ਵਾਲਾ ਕੋਈ ਸਿਕਸ਼ਕ ਗੁਰੂ ਤੂੰ ਮੇਰੇ ਵਾਸਤੇ ਪ੍ਰਬੰਧ ਕਰ, ਅਤੇ ਮੈਂ ਕੁਝ ਕੁ ਮਹੀਨੇ ਉਹਦੇ ਕੋਲੋਂ ਕੁਝ ਨਾ ਕੁਝ ਗਿਆਨ ਦੀਆਂ ਗੱਲਾਂ ਸਿੱਖਣੀਆਂ ਚਾਹੁੰਦਾ। ਮੰਤਰੀ ਨੇ ਆਪਣੇ ਰਾਜ ਦੇ ਵਿੱਚ, ਜਿਹੜਾ ਉਹਨਾਂ ਦੇ ਰਾਜ ਦੇ ਵਿੱਚ ਕੋਈ ਪ੍ਰਸਿੱਧ, ਕੋਈ ਯੋਗਤਾ ਵਿਦਵਤਾ ਰੱਖਣ ਵਾਲਾ ਇੱਕ ਵਿਦਵਾਨ ਸੀ, ਗੁਰੂ ਸੀ, ਉਹਦਾ ਪ੍ਰਬੰਧ ਕੀਤਾ। ਉਹਨੇ ਰੋਜ਼ ਹੀ ਆਉਣਾ ਰਾਜੇ ਨੂੰ, ਥੋੜ੍ਹਾ ਸਮਾਂ ਉਹਨੇ ਆਣ ਕੇ ਅੱਧਾ ਘੰਟਾ ਪੌਣਾ ਘੰਟਾ ਜਿੰਨਾ ਵੀ ਰਾਜੇ ਕੋਲ ਸਮਾਂ ਸੀ, ਉਹਨੂੰ ਗਿਆਨ ਦੀਆਂ ਗੱਲਾਂ ਸਿਖਾਉਣੀਆਂ। ਕਈ ਮਹੀਨੇ ਲੰਘ ਗਏ ਸਾਧ ਸੰਗਤ ਜੀ, ਪਰ ਰਾਜਾ ਆਪਣੀ ਰਾਣੀ ਨੂੰ ਕਹਿਣ ਲੱਗਾ ਕਿ ਰਾਣੀ, ਇੰਨੇ ਮਹੀਨੇ ਹੋ ਚੁੱਕੇ ਨੇ, ਪਰ ਮੇਰੇ ਗਿਆਨ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ, ਮੈਨੂੰ ਕੋਈ ਬਹੁਤੀ ਪ੍ਰਾਪਤੀ ਨਹੀਂ ਹੋਈ। ਰਾਣੀ ਕਹਿਣ ਲੱਗੀ ਕਿ ਇਹਦਾ ਯੋਗ ਉੱਤਰ ਤੁਹਾਡੇ ਗੁਰੂ ਹੀ ਦੇ ਸਕਦੇ, ਉਸਤਾਦ ਹੀ ਦੇ ਸਕਦੇ ਨੇ, ਹੋਰ ਕਿਸੇ ਦੇ ਕੋਲ ਇਹਦੇ ਸਵਾਲ ਦਾ ਕੋਈ ਉੱਤਰ ਨਹੀਂ, ਤੁਹਾਡੇ ਸਵਾਲ ਦਾ। ਰਾਜਾ ਕਹਿਣ ਲੱਗਾ ਕਿ ਮੈਨੂੰ ਆਪਣੇ ਗੁਰੂ ਦੀ ਯੋਗਤਾ 'ਤੇ ਕੋਈ ਸ਼ੱਕ ਨਹੀਂ, ਉਹ ਤਾਂ ਮੈਨੂੰ ਬੜੇ ਹੀ ਪ੍ਰੇਮ ਦੇ ਨਾਲ, ਬੜੇ ਅਦਬ ਦੇ ਨਾਲ ਅਤੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਗਿਆਨ ਦੀ ਗੱਲ ਦੱਸ ਰਹੇ ਨੇ, ਪਰ ਮੇਰੇ ਪੱਲੇ ਵਿੱਚ ਨਹੀਂ ਪੈਂਦੀ। ਚਲੋ ਰਾਜਾ ਕਸ਼ਮਕਸ਼ਮ ਦੇ ਵਿੱਚ ਅਗਲੇ ਦਿਨ ਜਦੋਂ ਉਹਦਾ ਉਸਤਾਦ ਵਿਦਵਾਨ ਗੁਰੂ ਆਇਆ, ਕਹਿਣ ਲੱਗਾ ਕਿ ਗੁਰੂਵਰ, ਇੱਕ ਬੇਨਤੀ ਹੈ ਕਿ ਤੁਸੀਂ ਇੰਨੇ ਮਹੀਨੇ ਹੋ ਚੁੱਕੇ ਮੈਨੂੰ ਸਿਖਾ ਰਹੇ, ਪਰ ਮੇਰੇ ਕੋਲ ਤੁਹਾਡੇ ਗਿਆਨ ਦੀਆਂ ਗੱਲਾਂ ਦਾ ਕੋਈ ਬਹੁਤਾ ਖਜ਼ਾਨਾ ਜਮ੍ਹਾਂ ਨਹੀਂ ਹੋਇਆ। ਉਹਦਾ ਗੁਰੂ ਬੜਾ ਸਿਆਣਾ ਸੀ, ਉਹਨੇ ਰਾਜੇ ਦੀ ਦੁਬਿਧਾ ਨੂੰ ਵੇਖਿਆ, ਕਹਿਣ ਲੱਗਾ ਕਿ ਰਾਜਾ, ਤੇਰੇ ਵਿੱਚ ਇੱਕ ਨੁਕਸ ਹੈ। ਉਹ ਕਹਿੰਦਾ ਕਿ ਮਹਾਰਾਜ ਗੁਰੂਵਰ, ਕੀ ਨੁਕਸ ਹੈ ਮੇਰੇ ਵਿੱਚ? ਮੈਂ ਤੁਹਾਡੇ ਕੋਲ ਰੋਜ਼ ਹੀ ਆਉਂਦਾ ਹਾਂ, ਜੋ ਤੁਸੀਂ ਦੱਸਦੇ ਹੋ ਉਹਦੇ ਉੱਤੇ ਅਮਲ ਵੀ ਕਰਨ ਦਾ ਯਤਨ ਕਰਦਾ ਹਾਂ। ਗੁਰੂ ਕਹਿਣ ਲੱਗਾ ਕਿ ਰਾਜਾ, ਤੂੰ ਹਰ ਪੱਖ ਤੋਂ ਮੇਰੇ ਤੋਂ ਵੱਡਾ ਹੈ, ਧਨ ਦੌਲਤ, ਤੇਰਾ ਰਾਜ ਦਰਬਾਰ, ਤੇਰੀਆਂ ਫੌਜਾਂ, ਤੇਰੇ ਕੋਲ ਬੜੀ ਤਾਕਤ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਯਾਦ ਰੱਖ, ਤੇਰਾ ਅਤੇ ਮੇਰਾ ਰਿਸ਼ਤਾ ਗੁਰੂ ਅਤੇ ਚੇਲੇ ਦਾ ਹੈ। ਤੂੰ ਰਾਜਾ ਰੋਜ਼ ਹੀ ਆਉਂਦਾ ਹੈ ਅਤੇ ਆਪਣੇ ਦਰਬਾਰ ਦੇ ਵਿੱਚ ਲੱਗੇ ਹੋਏ
ਤੂੰ ਸਿੰਘਾਸਨ 'ਤੇ ਬੈਠਦਾ ਹੈ ਅਤੇ ਮੈਂ ਭੁੰਜੇ ਬੈਠ ਜਾਂਦਾ ਹਾਂ ਆਪਣੀ ਪੋਤੀ ਲੈ ਕੇ। ਹੁਣ ਮੈਂ ਗਿਆਨ ਦੀਆਂ ਗੱਲਾਂ ਥੱਲੇ ਬੈਠ ਕੇ ਦੱਸ ਰਿਹਾ, ਤੂੰ ਸਿੰਘਾਸਨ 'ਤੇ ਬੈਠਾ ਹੈ। ਰਾਜਨ, ਤੇਰੇ ਮਨ ਵਿੱਚ ਕਿਤੇ ਨਾ ਕਿਤੇ ਆਪਣੇ ਵਡੱਪਣ ਦਾ, ਆਪਣੇ ਰਾਜ ਦਾ ਹੰਕਾਰ ਹੈ, ਅਤੇ ਜਿੱਥੇ ਹੰਕਾਰ ਹੋਵੇ ਉੱਥੇ ਗਿਆਨ ਨਹੀਂ ਰਾਜਨ ਟਿਕਦਾ। ਜੇ ਤੂੰ ਵਾਕਿਆ ਮੇਰੇ ਕੋਲੋਂ ਗਿਆਨ ਲੈਣਾ ਚਾਹੁੰਦਾ ਹੈ ਤਾਂ ਯਾਦ ਰੱਖ, ਮੈਨੂੰ ਉੱਚੇ ਅਸਥਾਨ 'ਤੇ ਬਿਠਾਉਣ ਦਾ ਯਤਨ ਕਰ। ਆਪ ਤੂੰ ਨਿਮਰਤਾ ਦੇ ਵਿੱਚ ਬੈਠ ਕੇ ਮੇਰੇ ਕੋਲੋਂ ਗਿਆਨ ਦੀਆਂ ਗੱਲਾਂ ਸਿੱਖ। ਪਿਆਰਿਓ, ਇਹ ਤਾਂ ਚਲੋ ਇੱਕ ਦੁਨਿਆਵੀ ਗੁਰੂ ਦੀ ਗੱਲ ਹੈ ਕਿ ਗੁਰੂ ਦੁਨਿਆਵੀ ਵੀ ਹੋਵੇ, ਸਾਨੂੰ ਉਹਦਾ ਬਣਦਾ ਅਸਥਾਨ, ਉਹਦਾ ਬਣਦਾ ਸਤਿਕਾਰ ਹਮੇਸ਼ਾ ਹੀ ਦੇਣਾ ਚਾਹੀਦਾ। ਪਰ ਜਦੋਂ ਅਸੀਂ ਰੂਹਾਨੀਅਤ ਦੀ ਗੱਲ ਕਰਦੇ ਹਾਂ, ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਕਰਦੇ ਹਾਂ, ਇਹ ਤਾਂ ਐਸਾ ਗੁਰੂ ਹੈ ਕਿ ਇਹ ਕਿਸੇ ਤੋਂ ਝੱਕਦਾ ਵੀ ਨਹੀਂ। ਜਿਹੜੀ ਗੱਲ ਸੰਸਾਰ ਦੇ ਲੋਕਾਂ ਨੂੰ ਚੰਗੀ ਲੱਗੇ ਜਾਂ ਨਾ ਲੱਗੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਕੋਲੋਂ ਝੱਕ ਕੇ ਗੱਲ ਨਹੀਂ ਕਰਦੇ। ਗੁਰੂ ਨਾਨਕ ਦੇਵ ਜੀ ਦੇ ਘਰ ਦਾ ਸਿਧਾਂਤ ਹੈ ਕਿ ਸੱਚ ਬੋਲਣਾ, ਅਤੇ ਸੱਚ ਬੋਲਣਾ ਵੀ ਸਮੇਂ ਸਿਰ। ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਸ ਕਰਕੇ ਜਦੋਂ ਅਸੀਂ ਇਹ ਸੱਚ ਨੂੰ ਸਵੀਕਾਰ ਕਰਦੇ ਹਾਂ, ਹਾਲਾਂਕਿ ਸਿਆਣੇ ਲੋਕ ਕਹਿੰਦੇ ਨੇ, ਆਪਾਂ ਅਕਸਰ ਇੱਕ ਅਖਾਣ ਸੁਣਦੇ ਹਾਂ ਕਿ ਸੱਚ ਬੜਾ ਕੌੜਾ ਹੁੰਦਾ। ਨਹੀਂ ਪਿਆਰਿਓ, ਸੱਚ ਦੁਨੀਆ ਦਾ ਸਭ ਤੋਂ ਮਿੱਠਾ ਪਦਾਰਥ ਹੈ। ਜੇ ਕਿਸੇ ਬੰਦੇ ਨੂੰ ਸੱਚ ਦਾ ਭੋਜਨ ਛਕਣਾ ਆ ਜਾਵੇ ਤੇ ਜਿਨ੍ਹਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਉਹਨਾਂ ਨੂੰ ਸੱਚ ਕੌੜਾ ਹੀ ਲੱਗਦਾ ਹੁੰਦਾ ਜੀ। ਅਤੇ ਜਿਹੜੇ ਸੱਚ ਦੇ ਪਾਂਦੀ ਨੇ ਉਹਨਾਂ ਨੂੰ ਸੱਚ ਕਦੇ ਕੌੜਾ ਨਹੀਂ ਲੱਗਦਾ। ਉਹ ਸੱਚ ਨੂੰ ਆਪਣੇ ਪੱਲੇ ਦੇ ਵਿੱਚ ਨਾਲ ਹੀ ਰੱਖਦੇ ਨੇ ਕਿ ਕਿੱਥੇ ਬੋਲਣਾ ਪੈ ਜੇ ਇਹ ਸੱਚ ਬੋਲਾਂਗੇ ਅਸੀਂ, ਕਿੱਥੇ ਸੱਚ ਦੀ ਗੱਲ ਕਰਨੀ। ਉੱਥੇ ਫਿਰ ਇਹ ਥੋੜ੍ਹਾ ਵੇਖਿਆ ਜਾਂਦਾ ਕਿ ਮੇਰੇ ਕੋਲ ਤਾਕਤ ਕਿੰਨੀ, ਮੇਰੇ ਕੋਲ ਪੈਸੇ ਕਿੰਨੇ, ਮੇਰੇ ਮਗਰ ਬੰਦੇ ਕਿੰਨੇ ਨੇ। ਸੱਚ ਦਾ ਪਾਂਦੀ ਬੰਦਾ ਜਿਹੜਾ ਹੈ ਉਹ ਇਕੱਲਾ ਹੀ ਫਿਰ ਲੱਖਾਂ ਦਾ ਮੁਕਾਬਲਾ ਕਰਦਾ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਮੇਰਾ ਸਿੱਖ ਜਿਹੜਾ 1.25 ਲੱਖ ਦਾ ਮੁਕਾਬਲਾ ਕਰੇਗਾ। ਕਹਿਣ ਦਾ ਭਾਵ ਕਿ ਉਹ ਆਪਣੇ ਅੰਦਰ ਦੀ ਸੱਚਾਈ ਦੇ ਉੱਪਰ ਅਟੱਲ ਹੈ। ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਪੂਰਨ ਤੌਰ 'ਤੇ ਉਹ ਰੱਜਿਆ ਹੈ 4 ਚੁਫੇਰੇ ਤੋਂ। ਜਦੋਂ ਇਹ ਰਾਜੇ ਨੇ ਚਲੋ ਆਪਣੇ ਵਿਦਵਾਨ ਗੁਰੂ ਦੀ ਗੱਲ ਮੰਨੀ, ਉਹਦੇ ਕੋਲੋਂ ਸਿੱਖਿਆ ਗਿਆਨ ਪ੍ਰਾਪਤ ਕੀਤਾ। ਪਿਆਰਿਓ, ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਿੱਥੇ ਅਸੀਂ ਗੁਰੂ ਨੂੰ ਮੰਨਦੇ ਹਾਂ, ਸਾਨੂੰ ਗੁਰੂ ਦੀ ਮੰਨਣੀ ਪਵੇਗੀ। ਗੁਰੂ ਦੇ ਸ਼ਬਦ ਦੀ ਜਿਹੜਾ ਸਿਧਾਂਤ ਹੈ, ਜਿਹੜੀ ਮਰਿਆਦਾ, ਅਸੀਂ ਉਸ ਨੂੰ ਸਵੀਕਾਰ ਕਰਨਾ ਹੈ, ਉਸ ਨੂੰ ਬਹਾਲ ਕਰਨਾ ਹੈ ਆਪਣੀ ਜ਼ਿੰਦਗੀ ਦੇ ਵਿੱਚ। ਹਾਂ, ਥੋੜ੍ਹਾ ਕਰਦਿਆਂ ਇੱਕ ਨਾ ਇੱਕ ਦਿਨ ਜਿਹੜਾ ਸਾਡਾ ਅੰਦਰਲਾ ਮਨ ਹੈ ਗੁਰੂ ਦੇ ਸ਼ਬਦ ਨੂੰ ਪ੍ਰਵਾਨ ਕਰੇਗਾ। ਇੱਕੇ ਦਮ ਨਹੀਂ, ਕਿਉਂਕਿ ਸੰਸਾਰ ਦੇ ਵਿੱਚ ਅਸੀਂ ਰੁੱਝੇ ਹੀ ਇੰਨੇ ਹਾਂ ਕਿ ਜਿੰਨਾ ਕਿ ਸੰਸਾਰ ਦੇ ਵਿੱਚ ਕੁਰੀਤੀਆਂ ਨੇ, ਰੀਤਾਂ ਬਹੁਤ ਘੱਟ ਨੇ ਚੰਗੀਆਂ, ਕੁਰੀਤੀਆਂ ਜ਼ਿਆਦੀਆਂ ਨੇ, ਜਿਹਨੂੰ ਸਾਡਾ ਮਨ ਅਤੇ ਸਾਡਾ ਤਨ ਸਵੀਕਾਰ ਕਰਕੇ ਬੈਠਾ ਹੈ। ਇਹ ਪੱਕੇ ਹੋਏ ਸੁਭਾਅ ਕੋਈ ਛੱਡਣੇ ਸੌਖੇ ਥੋੜ੍ਹਾ ਹੈ। ਤੁਸੀਂ ਵੇਖੋ ਕਿ ਅਸੀਂ ਗੁਰੂ ਦੀ ਖੁਸ਼ੀ ਵੀ ਲੈਣੀ ਚਾਹੁੰਦੇ ਹਾਂ ਅਤੇ ਸੰਸਾਰ ਨੂੰ ਪਹਿਲ ਦੇ ਆਧਾਰ 'ਤੇ ਖੁਸ਼ ਕਰਦੇ ਹਾਂ। ਗੁਰੂ ਤੇ ਕਹਿੰਦਾ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ। ਹੁਣ ਇੱਥੇ ਸ਼ਰਾਬ ਦੇ ਸੇਵਨ, ਨਸ਼ੇ ਦੇ ਸੇਵਨ ਦੀ ਗੱਲ ਕੀਤੀ ਜਾ ਰਹੀ, ਅਤੇ ਅਸੀਂ ਜਦੋਂ ਵਿਆਹ ਸ਼ਾਦੀ ਰੱਖਿਆ ਕਿ ਅਸੀਂ ਗੁਰੂ ਦੇ ਇਸ ਸ਼ਬਦ ਵੱਲ ਥੋੜ੍ਹਾ ਵੇਖਦੇ ਹਾਂ। ਸੰਸਾਰ ਨੂੰ ਖੁਸ਼ ਕੀਤਾ ਜਾਂਦਾ ਹੈ। ਉਹਦਾ ਕਾਰਨ ਕਿ ਸ਼ਬਦ ਸੁਣਿਆ ਜ਼ਰੂਰ, ਸ਼ਬਦ ਨੂੰ ਸਵੀਕਾਰ ਨਹੀਂ ਕੀਤਾ ਗਿਆ। ਜਿਹਨੇ ਸਵੀਕਾਰ ਕਰ ਲਿਆ, ਫਿਰ ਉਹਦਾ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਦਾ ਵਰਤੋਂ ਵਿਹਾਰ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਪਹਿਲ ਦੇ ਆਧਾਰ 'ਤੇ ਮੇਰੇ ਗੁਰੂ ਮੇਰਾ ਗੁਰੂ ਹੈ, ਮੇਰੇ ਗੁਰੂ ਦਾ ਗਿਆਨ, ਮੇਰੇ ਗੁਰੂ ਦੀ ਸਿੱਖਿਆ ਮੇਰੇ ਵਾਸਤੇ ਹੈ। ਉਸ ਤੋਂ ਬਾਅਦ ਸੰਸਾਰ ਵਿੱਚ ਉਹੀ ਕਰਾਂਗਾ ਜੋ ਮੇਰਾ ਗੁਰੂ ਕਹਿੰਦਾ ਹੈ। ਇਸ ਕਰਕੇ ਸਤਿਗੁਰ ਆਗੂ ਜਾਣੀਏ, ਬਾਂਹ ਪਕੜ ਅੰਦਲੇ ਉਦਾਰੇ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਕਥਾ ਨਿਰਾਲੀ। ਜ਼ਿੰਦਗੀ ਵਿੱਚ ਇੱਕ ਕਰਕੇ ਥੋੜ੍ਹਾ ਗਿਆਨ ਗੁਰੂ ਦਾ, ਥੋੜ੍ਹੇ ਸ਼ਬਦ ਦੀ ਤਸੀਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਵੀਕਾਰ ਕਰਨ ਦਾ ਯਤਨ ਕਰਦੇ ਜਾਈਏ, ਤਾਂ ਜੋ ਕਿ ਅਸੀਂ ਇੱਕ ਨਾ ਇੱਕ ਦਿਨ ਗੁਰੂ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰਨ ਤੌਰ 'ਤੇ ਬਹਾਲ ਕਰ ਸਕੀਏ।
ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ਿਸ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।